ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਹਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਬਿਰਲਾਉ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹੋ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਬਲਿਹਾਰੀ ਗੁਰ ਆਪਣੇ, ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜੇ ਸੌ ਚੰਦਾ ਯੁਗ ਵਹੇ, ਸੂਰਜ ਚੜ੍ਹੇ ਹਜ਼ਾਰ। ਇਤੇ ਚਾਨਣ ਹੁੰਦਿਆ, ਗੁਰ ਬਿਨ ਘੋਰ ਅੰਧਾਰ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚ ਹੋ ਜਾਏ। ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਸਰਬ ਕਲਾ ਭਰਪੂਰ। ਚਵਰ ਤਖਤ ਛਤਰ ਦੇ ਮਾਲਕ, ਵਿਸ਼ਵ ਦੀ ਇਕਲੌਤੀ ਆਸ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪਾਂ ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਬੈਸਣ ਸਾਧ ਜਨ, ਸੋ ਥਾਨ ਸੁਹੰਦਾ। ਮੇਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੋਹਣਿਆਂ ਦੇ ਸਰਤਾਜ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਇਸ ਮੁਬਾਰਕ ਧਰਤੀ 'ਤੇ ਚਰਨ ਪਾਏ ਅਤੇ ਇਸ ਧਰਤੀ ਨੂੰ ਜਿੱਥੇ ਪੂਜਣ ਯੋਗ ਕੀਤਾ, ਉੱਥੇ ਉਹ 52 ਰਾਜੇ, ਜਿਨ੍ਹਾਂ ਦੀ ਆਸ ਨਹੀਂ ਸੀ ਰਾਜਸੀ ਕੈਦੀ, ਉਹਨਾਂ ਨੂੰ ਬੰਧਨਾਂ ਤੋਂ ਮੁਕਤ ਕੀਤਾ। ਉਹ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦਾਤਾ ਬੰਦੀ ਛੋੜ, ਜਿਸ ਅਸਥਾਨ ਦੀ ਸੇਵਾ ਅਤੀ ਸਨਮਾਨਯੋਗ ਸੰਤ ਬਾਬਾ ਉੱਤਮ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਅਤੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ, ਬਹੁਤ ਹੀ ਪਿਆਰ ਵਾਲੀ ਰੂਹ
ਨਿਮਰਤਾ ਨਾਲ ਭਰਪੂਰ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਤਿਨਾਂ ਦੇ ਉਪਰਾਲੇ ਸਦਕਾ ਉਹ ਮਹਾਨ ਦਿਹਾੜਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬੰਦੀ ਛੋੜ ਦਿਵਸ, ਜੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਅਰਦਾਸ ਕਰਕੇ ਤੇ ਇਸ ਅਸਥਾਨ ਦੇ ਉੱਪਰ ਸ਼ਬਦ ਚੌਂਕੀ ਦੇ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ, ਮਿਲਾਪ ਕਰਨ ਵਾਸਤੇ ਗੁਰੂ ਕਰਦਿਆਂ ਆਉਂਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੇ ਮਿਲਾਪ ਨਾ ਵੀ ਹੁੰਦਾ ਤੇ ਕਿਲੇ ਦੀਆਂ ਪਰਿਕਰਮਾ ਕਰਕੇ ਨਮਸਕਾਰ ਕਰਕੇ ਪਰਤ ਜਾਂਦੇ। ਉਸ ਦਿਹਾੜੇ ਨੂੰ ਬਹੁਤ ਵੱਡੇ ਇੰਟਰਨੈਸ਼ਨਲ ਤੌਰ ਦੇ ਉੱਤੇ, ਕਿਉਂਕਿ ਸੰਗਤਾਂ ਦਾ ਇਕੱਠ, ਜਿੱਥੇ ਦੀਵਾਨ ਦੇ ਵਿੱਚ ਹਾਜ਼ਰੀ ਭਰ ਰਹੀਆਂ ਸੰਗਤਾਂ, ਉੱਥੇ ਬਾਹਰ ਸੰਗਤਾਂ ਦੀ ਏਡੀ ਵੱਡੀ ਗਿਣਤੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹਰ ਸਾਲ ਸ਼ਬਦ ਚੌਂਕੀ ਦੇ ਰੂਪ ਵਿੱਚ ਸੰਗਤਾਂ ਗੁਰੂ ਕਰਦਿਆਂ ਗਵਾਲੀਅਰ ਕਿਲੇ 'ਤੇ ਪੁੱਜਣਾ ਤੇ ਗਵਾਲੀਅਰ ਦੇ ਕਿਲੇ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਸਰ ਸਾਹਿਬ ਜਾਣ ਵਾਲਾ ਉਹੀ ਰੂਪ ਸੰਗਤਾਂ ਦਾ ਗੁਰੂ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜਾਣਾ ਤੇ ਹੋਰ ਨਗਰਾਂ ਤੋਂ, ਹੋਰ ਪ੍ਰਾਂਤਾਂ ਤੋਂ ਨਗਰ ਕੀਰਤਨਾਂ ਦੀ ਆਵਾਜਾਈ। ਇਸ ਗੱਲ ਦਾ ਇਹ ਸਾਨੂੰ ਮੈਸੇਜ ਦਿੰਦੀਆਂ, ਸੰਦੇਸ਼ ਦਿੰਦੀਆਂ ਕਿ ਬਾਬਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ। ਗੁਰੂ ਕੀ ਸੰਗਤ, ਆਓ ਦਾਸ ਦੀ ਤੇ ਆਪਣੀ ਹਾਜ਼ਰੀ ਲਵਾਉਂਦੇ ਹੋਏ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਗੁਰੂ ਬਖਸ਼ੀ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਦਾਸ ਤੋਂ ਪਹਿਲਾਂ ਅਤੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਆਪ ਸੰਗਤਾਂ ਨੂੰ ਅੰਮ੍ਰਿਤ ਦੇ ਨਾਲ, ਸ਼ਬਦ ਗੁਰੂ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਸਨ ਤੇ ਨਾਲ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਪ੍ਰਵੇਸ਼ ਕਰਨ ਵਾਸਤੇ, ਦਾਖਲਾ ਲੈਣ ਵਾਸਤੇ ਗੁਰੂ ਕੀ ਸੰਗਤ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਇਸ ਮਰਯਾਦਾ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਚਲਾਈ ਹੋਈ ਮਰਯਾਦਾ ਨੂੰ ਸੰਪੂਰਨ ਤੌਰ 'ਤੇ, ਭਾਵੇਂ ਜਪਜੀ ਸਾਹਿਬ ਜੀ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਨੇ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ, ਤੇ ਉਹੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਭਰੇ ਦੀਵਾਨ ਦੇ ਵਿੱਚ ਸੀਸ ਦੀ ਮੰਗ ਕੀਤੀ ਗੁਰੂ ਕੀ ਸੰਗਤ। ਪਰ ਜਿਨ੍ਹਾਂ ਨੇ ਗੁਰੂ ਦਾ ਸੰਗ ਕੀਤਾ ਸੀ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਸੀ, ਭਾਵੇਂ ਸਾਡੇ ਵਰਗੇ ਡਰਪੋਕ ਜਿਹੜੇ ਸਮਾਂ ਵੇਖਦੇ ਨੇ, ਉਹਨਾਂ ਨੇ ਭੱਜਣਾ ਨੱਸਣਾ ਸ਼ੁਰੂ ਕਰ ਦਿੱਤਾ, ਪਰ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕੀਤੀ, ਭਾਈ ਲਹਿਣੇ ਦੇ ਰੂਪ ਵਿੱਚ ਗੁਰੂ ਕੀ ਸੰਗਤ ਤੇ ਸੇਵਾ ਵੀ ਕੈਸੀ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਕਿਸੇ ਗੱਲ ਤੋਂ ਇਨਕਾਰ ਨਹੀਂ ਕੀਤਾ ਭਾਈ ਲਹਿਣਾ ਜੀ ਨੇ। ਘੋੜੀ ਤੇ ਚੜ੍ਹ ਕੇ ਗਏ ਕਰਤਾਰਪੁਰ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਜਦੋਂ ਚਰਨ ਪਰਸਨੇ ਕੀਤੇ, ਜਦੋਂ ਪਤਾ ਲੱਗਿਆ ਕਿ ਮੈਂ ਤੇ ਅਵਗਿਆ ਕੀਤੀ ਹੈ, ਮੈਂ ਤੇ ਬਹੁਤ ਵੱਡਾ ਮਨ ਵਿੱਚ ਇਹ ਗੱਲ ਆਈ ਕਿ ਪਾਪ ਕਰ ਲਿਆ, ਮੈਂ ਤੇ ਗੁਰੂ ਦੇ ਦੀਦਾਰ ਕਰਨ ਵਾਸਤੇ ਆਇਆ ਸੀ, ਪਰ ਮੈਂ ਘੋੜੀ ਤੇ ਚੜ੍ਹ ਕੇ ਆਇਆ। ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪੁੱਛਦੇ ਨੇ ਕਿ ਭਾਈ ਤੇਰਾ ਨਾਮ ਕੀ ਹੈ? ਕਹਿੰਦੇ ਲੈਣਾ। ਕਹਿੰਦੇ ਜੇ ਤੇਰਾ ਨਾਮ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ, ਤੇਰੇ ਦੇਣਦਾਰ ਹਾਂ। ਤੇ ਗੁਰੂ ਕੀ ਸੰਗਤ, ਭਾਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਨੰਨ ਪਿਆਰੇ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, 10 ਸਾਲ ਦੀ ਉਮਰ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਨਗਰ ਵਿੱਚ
ਗਏ ਤੇ ਪਰਿਵਾਰ ਵਿੱਚੋਂ ਜਿਹੜੀ ਸਿੱਖਿਆ ਮਿਲੀ, ਸਾਧੂਆਂ ਦੀ, ਸੰਤਾਂ ਦੀ, ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਵਾਸਤੇ ਆਪਣੇ ਘਰ ਵਿੱਚੋਂ ਛਕਣ ਵਾਸਤੇ ਦੁੱਧ ਲੈ ਕੇ ਆਏ। ਦੁੱਧ ਛਕਾਇਆ ਤੇ ਨਾਲ ਬੇਨਤੀ ਕੀਤੀ, ਮਹਾਰਾਜ ਜੀ ਸਾਡਾ ਜਨਮ ਮਰਨ ਕੱਟ ਦਿਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੇਰੀ ਉਮਰ ਤੇ ਬੜੀ ਛੋਟੀ ਏ, ਤੂੰ ਤੇ ਅਜੇ ਬੱਚਾ ਏ, ਪਰ ਤੇਰੀਆਂ ਗੱਲਾਂ ਸਿਆਣਿਆਂ ਵਾਲੀਆਂ ਏ, ਬੁੜਿਆਂ ਵਾਲੀਆਂ ਏ। ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਾਬਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀ ਇੱਕ ਦਿਨ ਮਾਤਾ ਚੁੱਲ੍ਹੇ ਦੇ ਵਿੱਚ ਜਲ ਪਾਣੀ ਤਿਆਰ ਕਰਨ ਵਾਸਤੇ ਅੱਗ ਬਾਲਣ ਦੀ ਤਿਆਰੀ ਕਰ ਰਹੀ ਸੀ ਤੇ ਵੱਡੀਆਂ ਲੱਕੜਾਂ ਲਾਈਆਂ ਤੇ ਅੱਗ ਬਲੀ ਨਹੀਂ, ਪਰ ਜਦੋਂ ਛੋਟੀਆਂ ਲੱਕੜਾਂ ਲਾਈਆਂ ਤੇ ਅੱਗ ਉਸੇ ਵੇਲੇ ਬਲ ਗਈ। ਇਸ ਗੱਲ ਦਾ ਸੰਕੇਤ ਇਹ ਹੈ ਕਿ ਮੌਤ ਦਾ ਪਤਾ ਨਹੀਂ ਇਹ ਕਦੋਂ ਆ ਜਾਣਾ ਹੈ। ਕਿਉਂਕਿ ਵੱਖਰੀ ਗੱਲ ਹੈ ਅਸੀਂ ਮੌਤ ਨੂੰ ਭੁਲਾਈ ਬੈਠੇ ਹਾਂ। ਜਦੋਂ ਅਸੀਂ ਕਿਸੇ ਦੀ ਮੌਤ ਦੀ ਗੱਲ ਕਰਦੇ ਹਾਂ ਤੇ ਉਹਨਾਂ ਸਮਾਂ ਸਾਨੂੰ ਮੌਤ ਦਾ ਡਰ ਲੱਗਦਾ ਹੈ, ਸਾਡੀ ਮੌਤ ਦੇ ਨਾਲ ਯਾਦ ਬਣਦੀ ਹੈ। ਪਰ ਬਾਅਦ ਵਿੱਚ ਅਸੀਂ ਸਤਿਗੁਰੂ ਸਾਹਿਬ ਜੀ ਦਾ ਉਹ ਪਾਵਨ ਬਚਨ ਹੈ ਕਿ ਮੈਂ ਨਾ ਮਰੋ ਮਰਬੋ ਸੰਸਾਰਾ। ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੇ ਦੁਨੀਆ ਦੇ ਲੋਕ, ਰਿਸ਼ਤੇਦਾਰ, ਭੈਣ ਭਰਾ ਸਾਡੀਆਂ ਅੱਖਾਂ ਦੇ ਸਾਹਮਣੇ ਚਲੇ ਗਏ ਸੰਸਾਰ ਦੇ ਵਿੱਚ। ਤੇ ਸਾਹਿਬ ਜੀ ਕਹਿੰਦੇ ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚੱਲਣਾ, ਦੂਰ ਗਮਨ ਸਿਰ ਉੱਪਰ ਮਰਨਾ। ਬਾਬਾ ਬੁੱਢਾ ਜੀ ਦਾ ਇਹ ਬਚਨ ਸੁਣ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਮਨ ਹੀ ਮਨ ਦੇ ਵਿੱਚ ਪ੍ਰਸੰਨ ਵੀ ਹੁੰਦੇ ਨੇ। ਤੇ ਨਾਲ ਹੀ ਦੂਜਾ ਬਚਨ ਬੇਨਤੀ ਕੀਤੀ, ਸਤਿਗੁਰੂ ਸਾਹਿਬ ਜੀ ਸਾਡੇ ਇਲਾਕੇ ਵਿੱਚ ਮੁਗਲਾਂ ਨੇ ਹੱਲਾ ਕੀਤਾ ਸੀ ਤੇ ਉਹ ਫਸਲ ਵੱਢ ਕੇ ਲੈ ਗਏ, ਕੱਚੀ ਵੀ ਪੱਕੀ ਵੀ, ਤੇ ਜਿਹੜੀ ਡੱਡਿਆਂ ਤੇ ਸੀ ਪੱਕਣ ਵਾਲੀ ਸੀ। ਤੇ ਉਸ ਵੇਲੇ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ, ਕਿਸੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ, ਕਿਸੇ ਵਿੱਚ ਜੁਰਤ ਨਹੀਂ ਸੀ। ਤੇ ਇਸੇ ਤਰ੍ਹਾਂ ਜਦੋਂ ਜੰਮ ਆਵੇਗਾ ਤੇ ਉਹਨੂੰ ਵੀ ਕੋਈ ਰੋਕ ਨਹੀਂ ਸਕਦਾ, ਕਿਉਂਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਫੈਸਲਾ ਹੈ, ਜਿਵੇਂ ਜ਼ਿਮੀਂਦਾਰ ਆਪਣੀ ਫਸਲ ਬੀਜਦਾ ਏ, ਉਹਨੂੰ ਲੋੜ ਪਵੇ ਤੇ ਉਹ ਹਰੀ ਵੀ ਵੱਢ ਲੈਂਦਾ ਏ, ਉਹਨੂੰ ਜ਼ਰੂਰਤ ਪਵੇ ਤੇ ਉਹ ਜਦੋਂ ਨਿਸਰਨ ਵਾਲੀ ਏ, ਡੱਡਿਆਂ ਤੇ ਆਈ ਹੈ, ਫਲ ਪਿਆ ਏ ਕੱਚਾ ਪੱਕਾ, ਉਦੋਂ ਵੀ ਵੱਢ ਲੈਂਦਾ ਏ। ਤੇ ਪੱਕੀ ਤੇ ਵੱਢਣ ਵਾਸਤੇ ਜ਼ਿਮੀਂਦਾਰ ਫਸਲ ਬੀਜਦਾ ਏ ਨਾ। ਤੇ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਅਸੀਂ ਉਸ ਮਾਲਕ ਦੀ ਫਸਲ ਹਾਂ, ਉਹਦਾ ਜਦੋਂ ਮਨ ਕਰੇ ਉਹ ਸਾਨੂੰ ਸੰਸਾਰ ਤੋਂ ਲਿਜਾ ਸਕਦਾ ਏ। ਹਰੀ ਨਾਹੀ ਨਹਿ ਡੱਡਰੀ, ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ। ਕਹਿੰਦੇ ਜਿਵੇਂ ਜ਼ਿਮੀਂਦਾਰ ਲਾਵਿਆਂ ਨੂੰ, ਕੰਮ ਕਰਨ ਵਾਲਿਆਂ ਨੂੰ ਨਾਲ ਲੈ ਕੇ ਜਾਂਦਾ ਏ ਨਾ, ਦਾਤਰੀਆਂ ਉਹਨਾਂ ਦੇ ਹੱਥਾਂ ਵਿੱਚ ਹੁੰਦੀਆਂ ਏ, ਇਸੇ ਤਰ੍ਹਾਂ ਉਹ ਜੰਮ ਜਿਹੜਾ ਉਹ ਵੀ ਤਿਆਰੀ ਵਿੱਚ ਬੈਠਾ ਏ। ਜਦੋਂ ਵੀ ਇਹ ਸਵਾਸ ਖਤਮ ਹੋ ਗਏ ਨਾ, ਕਿਉਂਕਿ ਜੀਵਨ ਬਾਅਦ ਵਿੱਚ ਮਿਲਦਾ ਏ, ਮੌਤ ਪਹਿਲਾਂ ਨਿਸ਼ਚਿਤ ਕੀਤੀ ਜਾਂਦੀ ਏ। ਮਰਨ ਲਿਖਾਏ ਮੰਡਲ ਮਹਿਆਏ, ਕਿਉਂ ਰਹੀਏ ਚੱਲਣਾ ਪਰਥਾਏ। ਸਤਿਗੁਰੂ ਗੁਰੂ ਨਾਨਕ ਦੇਵ ਬਾਬਾ ਜੀ ਦੇ ਬਚਨ ਸੁਣ ਕੇ ਕਹਿੰਦੇ ਤੇਰਾ ਨਾਮ ਤੇ ਉਮਰ ਤੇ ਬੱਚਿਆਂ ਵਾਲੀ ਏ, ਪਰ ਤੇਰੇ ਜਿਹੜੇ ਬਚਨ ਹਨ, ਤੇਰੀਆਂ ਜਿਹੜੀਆਂ ਗੱਲਾਂ ਉਹ ਸਿਆਣਿਆਂ ਵਾਲੀਆਂ ਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਬਜ਼ੁਰਗਾਂ ਦਾ ਨਾਮ ਬੁੱਢਾ ਕਰਕੇ ਜਿਹੜਾ ਇਤਿਹਾਸ ਦੇ ਵਿੱਚ ਆਪਾਂ ਸਾਰੇ ਸੁਣਦੇ ਪੜ੍ਹਦੇ ਹਾਂ। ਤੇ ਗੁਰੂ ਕੀ ਸੰਗਤ, ਐਸੀ ਸੰਗਤ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿ ਸਦਾ ਵਾਸਤੇ ਬਾਬਾ ਜੀ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਬਣ ਗਏ। ਉਹਨਾਂ ਦੇ ਨਾਲ ਹੀ ਆਪਣਾ ਸਾਰਾ ਜੀਵਨ ਬਤੀਤ ਕੀਤਾ। ਭਾਵੇਂ 6 ਪਾਤਸ਼ਾਹੀਆਂ ਤੱਕ ਗੁਰਤਾ ਗੱਦੀ ਦੀ ਸੇਵਾ ਨਿਭਾਈ, 8 ਗੁਰੂ ਸਾਹਿਬਾਨਾਂ ਜੀ ਦੇ ਦੀਦਾਰ ਕੀਤੇ, ਪਰ ਉਹਨਾਂ ਦੀ ਸੇਵਾ ਜਿਹੜੀ ਮਹਾਨ ਹੈ ਗੁਰੂ ਕੀ ਸੰਗਤ, ਉਹ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਖ, ਜਿਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਵੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸੇਵਾ ਦੀ ਕਸਵੱਟੀ ਵਿੱਚ ਪਰਖ ਕੇ ਖਰੇ ਉਤਰਦਿਆਂ ਵੇਖਿਆ ਤੇ ਗੁਰਤਾ ਗੱਦੀ ਦੀ ਜੋਤ ਉਹਨਾਂ ਦੇ ਹਿਰਦੇ ਅੰਦਰ ਟਿਕਾ ਦਿੱਤੀ। ਗੁਰੂ ਕੀ ਸੰਗਤ, ਇਹ ਸੇਵਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਹਿੱਸੇ ਵਿੱਚ ਆਈ। ਤੇ ਜਿਹੜੀ ਸਿੰਘ ਸਾਹਿਬ ਜਾਤ ਪਾਤ ਦੀ ਗੱਲ ਕਰ ਰਹੇ ਸਨ, ਉਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਕਿ ਹਰ ਕਾ ਸੇਵਕ ਸੋ ਹਰ ਜਿਹਾ। ਹਰੀ ਦੇ ਘਰ ਵਿੱਚ ਸੇਵਾ ਕਰਨ ਵਾਲਾ ਵੀ ਜਿਹੜਾ ਉਹ ਹਰੀ ਵਰਗਾ ਹੋ ਜਾਂਦਾ ਹੈ। ਭੇਦ ਨਾ ਜਾਣ ਹੋ ਮਾਨਸ ਦੇਹਾ, ਉਹਦੇ ਵਿੱਚ
ਤੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਵਿੱਚ ਜਾਂ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ ਗੁਰੂ ਕੀ ਸੰਗਤ। ਇਸੇ ਤਰ੍ਹਾਂ ਬਾਬਾ ਅਮਰਦਾਸ ਜੀ ਬਿਰਧ ਅਵਸਥਾ ਤੱਕ ਯਾਤਰਾਵਾਂ ਕੀਤੀਆਂ, ਪਰ ਪ੍ਰਾਪਤੀ ਨਹੀਂ ਹੋਈ, ਅੰਦਰ ਨੂੰ ਸ਼ਾਂਤੀ ਨਹੀਂ ਮਿਲੀ। ਜਦੋਂ ਆਪਣੇ ਪਰਿਵਾਰ ਵਿੱਚੋਂ ਪਾਵਨ ਗੁਰਬਾਣੀ ਦੇ ਬੋਲ ਕੰਨਾਂ ਵਿੱਚ ਪਏ ਤੇ ਪੁੱਛਦੇ ਨੇ ਕਿ ਕਿਹਨਾਂ ਦੀ ਬਾਣੀ ਹੈ, ਪਤਾ ਲੱਗਿਆ ਕਿ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਉਪਦੇਸ਼ ਕੀਤਾ ਸੀ ਕਿ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਤੇ ਗੁਰੂ ਕੀ ਸੰਗਤ ਰਿਸ਼ਤੇਦਾਰੀ ਏ, ਕੁੜਮਾਚਾਰੀ ਏ, ਪਰ ਬਾਬਾ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਿਆ, ਪਰਤ ਕੇ ਚੁੱਕਿਆ ਨਹੀਂ। ਸਾਡੇ ਵਾਂਗੂ ਨਹੀਂ ਕਿ ਅੱਜ ਇੱਥੇ ਚਲੇ ਗਏ, ਕੱਲ ਉੱਥੇ ਚਲੇ ਗਏ। ਤੇ ਜਦੋਂ ਗੁਰੂ ਕੀ ਸੰਗਤ ਸੇਵਾ ਕੀਤੀ, ਘਾਲ ਕਮਾਈ ਕੀਤੀ ਤੇ ਆਪਣੇ ਜੀਵਨ ਦਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ ਕਿ ਸਿੱਖਾ ਜੇ ਸੇਵਾ ਕਰਨੀ ਹੈ ਨਾ, ਤੇ ਨਿਸ਼ਕਾਮ ਹੋ ਕੇ, ਤਨ ਕਰਕੇ, ਮਨ ਕਰਕੇ, ਆਪਾ ਸਮਰਪਿਤ ਕਰਕੇ ਜਦੋਂ ਸੇਵਾ ਕਰੇਗਾ, ਫਿਰ ਕੀ ਪ੍ਰਾਪਤੀ ਹੋਵੇਗੀ ਕਿ ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਜਦੋਂ ਚਿਤ ਲਾ ਕੇ ਸਿੱਖ ਸੇਵਾ ਕਰਦਾ ਹੈ ਗੁਰੂ ਕੀ ਸੰਗਤ, ਫਿਰ ਕੀ ਮਿਲਦਾ ਹੈ? ਸਾਹਿਬ ਜੀ ਕਹਿੰਦੇ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚ ਹੋ ਜਾਏ। ਕਿਉਂਕਿ ਹਉਮੈ ਹੀ ਸਭ ਤੋਂ ਵੱਡਾ ਰੋਗ ਹੈ। ਹਉਮੈ ਮਨੁੱਖ ਦਾ ਖਹਿੜਾ ਛੱਡਦੀ ਨਹੀਂ। ਤੇ ਸਾਹਿਬ ਜੀ ਕਹਿੰਦੇ, ਜਿੱਥੇ ਹਉਮੈ ਹੈ ਉੱਥੇ ਪ੍ਰਮਾਤਮਾ ਦਾ ਨਾਮ ਨਹੀਂ ਆ ਸਕਦਾ, ਜਿੱਥੇ ਨਾਮ ਆ ਗਿਆ ਉੱਥੇ ਹਉਮੈ ਨਹੀਂ ਆ ਸਕਦੀ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ। ਦੋਏ ਨਾ ਵਸੇ ਇੱਕ ਠਾਏ, ਇਹ ਦੋਵੇਂ ਇੱਕ ਜਗ੍ਹਾ ਨਹੀਂ ਵਸ ਸਕਦੀਆਂ। ਜਾਂ ਐਵੇਂ ਕਹਿ ਲਈਏ ਕਿ ਸਾਹਿਬ ਜੀ ਕਹਿੰਦੇ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਦੋ ਬਰਤਨ ਦੁੱਧ ਦੇ ਭਰੇ ਨੇ ਤੇ ਆਪਾਂ ਇੱਕ ਦੂਜੇ ਵਿੱਚ ਤਬਦੀਲ ਕਰਨੇ ਆ, ਤੇ ਇੱਕ ਬਰਤਨ ਖਾਲੀ ਹੋਵੇਗਾ ਤਾਂ ਉਹ ਅਸੀਂ ਤਬਦੀਲ ਕਰ ਸਕਦੇ ਹਾਂ। ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ, ਭਾਈ ਤੇਰਾ ਹਿਰਦਾ ਜਿਹੜਾ ਹੈ ਨਾ, ਉਹ ਭਾਂਡੇ ਦੀ ਨਿਆਈ ਹੈ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਪ੍ਰਮਾਤਮਾ ਦਾ ਨਾਮ ਉੱਥੇ ਟਿਕੇਗਾ ਜਿੱਥੇ ਸੇਵਾ ਤੇ ਸਿਮਰਨ ਹੋਵੇਗੀ, ਉੱਥੇ ਫਿਰ ਹਉਮੈ ਦਾ ਨਾਸ਼ ਹੋ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੈਰ ਰਾਤ ਰਹਿੰਦਿਆਂ ਜਲ ਦੀ ਗਾਗਰ ਭਰ ਕੇ ਲੈ ਕੇ ਆਉਣੀ ਬਿਆਸ ਦਰਿਆ ਤੋਂ, ਸੇਵਾ ਕਰਨੀ ਗੁਰੂ ਕੀ ਸੰਗਤ, ਹਰ ਹੁਕਮ ਸਤਿਗੁਰੂ ਸਾਹਿਬ ਜੀ ਦਾ ਮੰਨਣਾ। ਇੱਕ ਦਿਨ ਠੇਡਾ ਲੱਗਿਆ, ਆਪ ਵੀ ਡਿੱਗੇ, ਗਾਗਰ ਵੀ ਡਿੱਗੀ, ਪਰ ਗਾਗਰ ਨੂੰ ਸੰਭਾਲ ਕੇ ਜਦੋਂ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਹਾਜ਼ਰ ਹੋਏ, ਸਾਰੀਆਂ ਸੇਵਾਵਾਂ ਤੋਂ ਉਪਰੰਤ ਜਦੋਂ ਸਬੱਬ ਬਣਿਆ ਬਚਨ ਕਰਨ ਦਾ, ਤੇ ਬੇਨਤੀ ਕਰਦੇ, ਮੈਂ ਅੱਜ ਡਿੱਗ ਗਿਆ ਸੀ। ਤੇ ਉਸ ਵੇਲੇ ਗੁਰੂ ਕੀ ਸੰਗਤ ਨਾਲ ਦੱਸਿਆ ਕਿ ਮੇਰੇ ਕੰਨਾਂ ਵਿੱਚ ਬੋਲ ਪਏ ਸੀ ਕਿ ਅਮਰੂ ਨਥਾਵਾਂ ਹੋਵੇਗਾ, ਹੋਰ ਕਿੰਨੇ ਹੋਣਾ ਹੈ। ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਅਸੀਂ ਤੇ ਇਸ ਦਿਨ ਦੀ ਉਡੀਕ ਵਿੱਚ ਸਾਂ ਕਿ ਕਦੋਂ ਤੂੰ ਡਿੱਗੇ ਤੇ ਕਦੋਂ ਤੈਨੂੰ ਗਲ ਨਾਲ ਲਾਈਏ, ਕੰਠ ਨਾਲ ਲਾਈਏ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਕੀ ਸੰਗਤ ਗੁਰੂ ਜੋਤ ਉਹਨਾਂ ਦੇ ਹਿਰਦੇ ਅੰਦਰ ਟਿਕਾ ਦਿੱਤੀ, ਤੇ ਇਹ ਵੀ ਸੇਵਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਹਿੱਸੇ ਵਿੱਚ ਆਈ। ਤੇ ਨਾਲ ਉਪਦੇਸ਼ ਕੀਤਾ ਕਿ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾ ਕੇ ਸੇਵਾ ਕਰਨੀ ਹੈ। ਤੇ ਗੁਰੂ ਕੀ ਸੰਗਤ ਜਦੋਂ ਸੇਵਾ ਕੀਤੀ, ਅੱਜ ਵਾਂਗ ਜਾਤ ਪਾਤ ਦਾ ਬਹੁਤ ਵੱਡਾ ਬੋਲਬਾਲਾ ਸੀ। ਕੋਈ ਵੀ ਤਕੜੇ ਮਨੁੱਖ ਦੇ, ਤਕੜੇ ਘਰਾਣੇ ਵਾਲਿਆਂ ਦੀ ਖੂਹੀ ਤੋਂ ਪਾਣੀ ਨਹੀਂ ਸੀ ਭਰ ਸਕਦਾ ਨੀਵੀਂ ਜਾਤ ਵਾਲਾ ਮਨੁੱਖ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਬੌਲੀ ਦਾ ਕੜ ਤੋੜਿਆ, ਗੁਰੂ ਕੀ ਸੰਗਤ ਬੌਲੀ ਖਦਵਾਈ। ਉੱਥੋਂ ਕੋਈ ਵੀ ਗਰੀਬ, ਅਮੀਰ, ਕਾਲਾ, ਗੋਰਾ, ਕਿਸੇ ਵੀ ਜਾਤ ਪਾਤ ਦਾ ਮਨੁੱਖ ਜਿਹੜਾ ਹੈ ਉਹ ਪਾਣੀ ਭਰ ਕੇ ਲਿਜਾ ਸਕਦਾ ਹੈ, ਉੱਥੇ ਇਸ਼ਨਾਨ ਕਰ ਸਕਦਾ ਹੈ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਾਂ ਗੁਰੂ ਕੀ ਸੰਗਤ ਸਰਵਣ ਕਰਦੇ ਹਾਂ ਕਿ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੌਂਪੀਏ, ਵਿੱਚੋਂ ਆਪ ਜਾਏ। ਉਹਨਾਂ ਨੂੰ ਗੁਰੂ ਮਿਲਿਆ ਗੁਰੂ ਅੰਗਦ ਦੇਵ, ਤੇ ਉਹਨਾਂ ਦੀ ਸੇਵਾ ਵਿੱਚ ਲੱਗ ਗਏ। ਤੇ ਸਾਨੂੰ ਵੀ ਉਪਦੇਸ਼ ਕਰਕੇ ਗਏ ਕਿ ਭਲਿਓ, ਜੇ ਤੁਹਾਨੂੰ ਪੂਰਾ ਗੁਰੂ ਮਿਲ ਜਾਵੇ ਤੇ ਫਿਰ ਤੁਹਾਨੂੰ ਕੱਚਿਆਂ ਪਿੱਲਿਆਂ ਕੋਲ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਸਾਡਾ ਗੁਰੂ ਕਹਿੰਦਾ, ਨਾਨਕ ਕੱਚੜਿਆਂ ਸਿਓ ਤੋੜ
ਢੂੰਡ ਸੱਜਣ ਸੰਤ ਪੱਕਿਆਂ। ਸਾਹਿਬ ਜੀ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੁਆ। ਕਹਿੰਦੇ ਕੱਚਿਆਂ ਗੁਰੂਆਂ ਦੀ ਤੇ ਆਪਣੀ ਮੁਕਤੀ ਨਹੀਂ ਹੋਣੀ, ਸਾਡਾ ਕੀ ਕਰੂਗਾ। ਇਸ ਕਰਕੇ ਗੁਰੂ ਕੀ ਸੰਗਤ ਤੇ ਪਾਵਨ ਬਾਣੀ, ਜਿੱਥੇ ਜਾਤ ਪਾਤ ਦੀ ਗੱਲ ਕਰਦੇ ਆ ਉੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਫੈਸਲਾ ਹੈ ਕਿ ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ। ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਸਾਹਿਬ ਜੀ ਕਿਰਪਾ ਕਰਦੇ ਨੇ ਕਿ ਭਾਈ ਸੈਣ ਨਾਈ ਬਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਕਹਿੰਦੇ ਜਿਹੜੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੇ ਭਗਤ ਸੈਣ ਜੀ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਜਦੋਂ ਸੇਵਾ ਤੇ ਸਿਮਰਨ ਕੀਤਾ ਤੇ ਘਰ ਘਰ ਦੇ ਵਿੱਚ ਉਹਨਾਂ ਦੀ ਜਿਹੜੀ ਸੀ ਉਹ ਉਪਮਾ ਹੋਣ ਲੱਗੀ, ਉਹਨਾਂ ਦੀਆਂ ਗੱਲਾਂ ਹੋਣ ਲੱਗੀਆਂ। ਕਿਉਂ? ਕਿਉਂਕਿ ਉਹਨਾਂ ਦੇ ਹਿਰਦੇ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਵਸਿਆ ਹੈ ਤੇ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਹੈ। ਸਾਹਿਬ ਜੀ ਕਹਿੰਦੇ ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਸਾਹਿਬ ਜੀ ਕਹਿੰਦੇ ਅੰਮ੍ਰਿਤ ਵੀ ਅੰਦਰ ਹੈ ਤੇ ਉਹ ਪੰਜ ਚੋਰ ਵੀ ਤੇਰੇ ਅੰਦਰ ਨੇ। ਕਹਿੰਦੇ ਪਰ ਜਿਨ੍ਹਾਂ ਨੇ ਬੰਦਗੀ ਕੀਤੀ, ਸੇਵਾ ਕੀਤੀ, ਸਿਮਰਨ ਕੀਤਾ, ਅਕਾਲ ਪੁਰਖ ਪਰਮਾਤਮਾ ਦੇ ਨਾਲ ਜਿਹੜੇ ਅਭੇਦ ਹੋ ਗਏ, ਉਹਨਾਂ ਦਾ ਲੋਕ ਤੇ ਪਰਲੋਕ ਦੇ ਵਿੱਚ ਨਾਮ ਹੋਇਆ। ਕਹਿੰਦੇ ਇਹ ਬਿਦ ਸੁਣ ਕੇ ਜਟ ਰੋ ਉੱਠ ਭਗਤੀ ਲਾਗਾ। ਭਗਤ ਧੰਨਾ ਜੀ ਨੇ ਵੀ ਭਗਤੀ ਕਰਨੀ ਆਰੰਭ ਕਰ ਦਿੱਤੀ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਕਹਿੰਦੇ ਵੱਡਿਆਂ ਭਾਗਾਂ ਵਾਲਾ ਧੰਨਾ ਬਣ ਗਿਆ ਜਦੋਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਪ੍ਰੀਤੀ ਬਣ ਗਈ, ਪ੍ਰੇਮ ਬਣ ਗਿਆ ਗੁਰੂ ਕੀ ਸੰਗਤ। ਤੇ ਇਸੇ ਤਰ੍ਹਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਨੇ ਆਪਾ ਸਮਰਪਿਤ ਕਰਕੇ ਸਤੀ ਪ੍ਰਥਾ ਦਾ ਖੰਡਨ ਕੀਤਾ, ਖਾਤਮਾ ਕੀਤਾ, ਜਿਹੜੀਆਂ ਰੀਤਾਂ ਚੱਲਦੀਆਂ ਆਉਂਦੀਆਂ ਸਨ, ਜਾਤ ਪਾਤ ਦਾ ਖੰਡਨ ਕੀਤਾ, ਤੇ ਗੁਰੂ ਕੀ ਸੰਗਤ ਉਸੇ ਹੀ ਘਰ ਵਿੱਚ ਸੇਵਾ ਕਰਨ ਵਾਲੇ, ਜਿਨ੍ਹਾਂ ਦਾ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਨਾਨੀ ਕੋਲ ਆਏ ਤੇ ਗੁਰੂ ਨਾਨਕ ਦੇ ਘਰ ਦੀ ਜਿਹੜੀ ਵਡਿਆਈ ਸੀ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਭਾਈ ਜੇਠਾ ਦੇ ਨਾਮ ਦੇ ਨਾਲ, ਜਿਨ੍ਹਾਂ ਦਾ ਨਾਮ ਸੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਉਹ ਸੇਵਾ ਕਰਦੇ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਗੁਰੂ ਕੇ ਮਹਿਲ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕਰਦੇ ਨੇ ਕਿ ਬੀਬੀ ਭਾਨੀ ਦਾ ਆਨੰਦ ਕਾਰਜ ਕਰਨ ਵਾਲਾ ਹੈ, ਯੋਗ ਵਰ ਚਾਹੀਦਾ ਹੈ, ਤੇ ਪਰ ਇਹੋ ਜਿਹਾ ਸੇਵਾ ਕਰਨ ਵਾਲਾ ਹੋਵੇ ਜਿਹਦੇ ਸਿਰ ਦੇ ਉੱਤੇ ਟੋਕਰੀ ਏ ਤੇ ਮੁੱਖ ਦੇ ਵਿੱਚ ਹਰ ਵੇਲੇ ਪ੍ਰਮਾਤਮਾ ਦਾ ਨਾਮ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹਦੇ ਵਰਗਾ ਤੇ ਇਹੀ ਹੋ ਸਕਦਾ ਹੈ। ਗੁਰੂ ਕੀ ਸੰਗਤ ਸਿੱਖੀ ਦੀ ਕਸਵੱਟੀ ਵਿੱਚ ਖਰੇ ਉਤਰਦਿਆਂ ਵੇਖ ਕੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿੱਥੇ ਉਹਨਾਂ ਨੂੰ ਰਿਸ਼ਤੇਦਾਰੀ ਵਿੱਚ ਆਪਣਾ ਦਮਾਦ ਬਣਾਇਆ, ਉੱਥੇ ਇਹ ਬਖਸ਼ਿਸ਼, ਇਹ ਜੋਤ ਉਹਨਾਂ ਦੇ ਹਿਰਦੇ ਅੰਦਰ ਵੀ ਟਿਕਾਈ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਸੇਵਾ ਬਖਸ਼ੀ। ਤੇ ਨਾਲ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਹ ਸ਼ਹਿਰ ਵਸਾਇਆ। ਵੱਖ-ਵੱਖ ਕਿੱਤਾਕਾਰਾਂ ਨੂੰ ਸੱਦ ਕੇ ਉਸ ਨਗਰ ਵਿੱਚ ਵਸਾਉਣਾ ਕੀਤਾ। ਜਿਨ੍ਹਾਂ ਨੂੰ ਕਦੇ ਅਨਾਥ ਕਹਿੰਦੇ ਸੀ ਰਿਸ਼ਤੇਦਾਰ, ਉਹਨਾਂ ਨੂੰ ਕੋਈ ਪੁੱਛ-ਗਿੱਛ ਕਰਨ ਵਾਲਾ ਨਹੀਂ ਸੀ। ਨਾਨੀ ਲਾਹੌਰ ਸ਼ਹਿਰ ਚੂਨਾ ਮੰਡੀ ਤੋਂ ਆਪਣੇ ਪਿੰਡ ਬਾਸਰ ਕੇ ਗਿੱਲਾਂ ਲੈ ਕੇ ਆਈ ਤੇ ਗੁਰੂ ਕੀ ਸੰਗਤ ਜਦੋਂ ਸੇਵਾ ਕੀਤੀ, ਸਿਮਰਨ ਕੀਤਾ ਤੇ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ। ਤੇ ਅੱਜ ਉਹ ਮਹਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਘਰ, ਜਿੱਥੇ ਲੱਖਾਂ ਦੀ ਤਾਦਾਦ ਵਿੱਚ ਗੁਰੂ ਕੀਆਂ ਸੰਗਤਾਂ ਕੱਲਾ ਲੰਗਰ ਹੀ ਨਹੀਂ ਛਕਦੀਆਂ, ਗੁਰੂ ਕੀ ਸੰਗਤ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਦਾਤ, ਪੀਊ ਦਾਦੇ ਕਾ ਖੋਲ ਲਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਭਾਵੇਂ ਵੱਖ-ਵੱਖ ਧਰਮਾਂ ਦੇ ਲੋਕ ਆਉਂਦੇ ਨੇ, ਵੱਖ-ਵੱਖ ਬੋਲੀਆਂ ਬੋਲਣ ਵਾਲੇ ਲੋਕ ਆਉਂਦੇ ਨੇ ਗੁਰੂ ਕੀ ਸੰਗਤ, ਪਰ ਜਦੋਂ ਪ੍ਰਵੇਸ਼ ਕਰਦੇ ਨੇ ਪਰਿਕਰਮਾ ਦੇ ਵਿੱਚ ਤੇ ਅੰਦਰ ਇੱਕ ਵੱਖਰਾ ਆਨੰਦ, ਵੱਖਰਾ ਵਿਸਮਾਦ ਪੈਦਾ ਹੁੰਦਾ ਹੈ ਉਸ ਅਸਥਾਨ ਤੋਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਸਦਕਾ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ, ਉਹ ਤੇ ਮੁਖ ਚੋਂ ਬੋਲ ਕੇ ਕਹਿੰਦੇ ਨੇ ਤੇ ਕਈ ਅੰਦਰੇ ਅੰਦਰ ਹੀ ਸਤਿਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਨੇ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਤੇ ਜਿਨ੍ਹਾਂ ਨੂੰ ਪਤਾ ਹੈ ਉਹ ਕਹਿੰਦੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਉਹ ਮਹਾਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਜਿਨ੍ਹਾਂ ਨੇ ਆਪਣੇ ਬਰਖੁਰਦਾਰ ਸੁਪੁੱਤਰ
ਆਗਿਆਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹ ਦਾਤ ਉਹਨਾਂ ਦੇ ਹਿਰਦੇ ਅੰਦਰ ਟਿਕਾਈ। ਸੇਵਾ ਤੇ ਸਿਮਰਨ ਵਿੱਚ ਨਿਪੁੰਨ ਜਾਣ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਵਿਚਾਰ ਕਰਕੇ ਗੁਰੂ ਕੀ ਸੰਗਤ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹਾਦਤ ਦਾ ਜਾਮ ਪੀਤਾ। ਤੱਤੀ ਰੇਤ ਸੀਸ ਵਿੱਚ ਪਾਈ, ਤੱਤੀ ਲੋਹ ਦੇ ਉੱਪਰ ਬੈਠੇ ਤੇ ਯਾਸ਼ਾ ਦੇ ਕਾਨੂੰਨ ਦੇ ਅਨੁਸਾਰ ਸਮੇਂ ਦੀ ਹਕੂਮਤ ਨੇ ਕਿ ਇਹਨਾਂ ਦੇ ਸਰੀਰ ਦੇ ਵਿੱਚੋਂ ਕੋਈ ਖੂਨ ਦਾ ਇੱਕ ਤੁਬਕਾ ਵੀ ਬਾਹਰ ਨਹੀਂ ਡਿੱਗਣਾ ਚਾਹੀਦਾ, ਨਹੀਂ ਤੇ ਸ਼ਹੀਦ ਪੈਦਾ ਹੋਣਗੇ। ਉਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਤੇ ਬੈਠ ਕੇ ਵੀ ਕਹਿੰਦੇ ਨੇ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਤੇ ਜਿਸ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਾਤਾ ਬੰਦੀ ਛੋੜ ਦਾ ਗੁਰੂ ਕੀ ਸੰਗਤ ਆਪਾਂ ਦਿਹਾੜਾ ਮਨਾਉਣ ਵਾਸਤੇ ਇੰਨੀ ਦੂਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸਮਾਂ ਕੱਢ ਕੇ ਆਇਆ। 11 ਸਾਲ ਦੀ ਉਮਰ ਗੁਰੂ ਕੀ ਵਡਾਲੀ ਵਿੱਚ ਪ੍ਰਕਾਸ਼ ਹੋਇਆ ਤੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ। 11 ਸਾਲ ਦੀ ਉਮਰ ਤੱਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਜ਼ਿੰਮੇਵਾਰੀ ਦੇ ਕੇ ਤੇ ਮੁਕੰਮਲ ਤਿਆਰ ਬਰ ਤਿਆਰ ਕਰ ਦਿੱਤਾ। ਨੇਜਾਬਾਜੀ, ਘੋੜ ਸਵਾਰੀ, ਸ਼ਸਤਰ ਵਿਦਿਆ ਤੇ ਗੁਰੂ ਕੀ ਸੰਗਤ ਹਰ ਤਰ੍ਹਾਂ ਦੀ ਵਿਦਿਆ ਵਿੱਚ ਪ੍ਰਵੀਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਹ ਬਚਨ ਪਹਿਲਾਂ ਹੀ ਕਰ ਦਿੱਤੇ ਸਨ, ਆਉਣ ਵਾਲੇ ਸਮੇਂ ਨੂੰ ਭਾਂਪਦਿਆਂ ਕਿ ਜਿਹੜਾ ਸਮਾਂ ਹੈ ਨਾ ਕਿ ਹੱਥਾਂ ਬਾਜ ਕਰਾ ਰਿਆਂ ਵੈਰੀ ਮਿੱਤ ਨਾ ਹੋਏ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਹ ਮਹਾਨ ਸਤਿਗੁਰੂ ਛੇਵੇਂ ਪਾਤਸ਼ਾਹ, 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। ਜਿੱਥੇ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ, ਬਾਬਾ ਬਿਧੀ ਚੰਦ ਜੀ ਤੇ ਗੁਰੂ ਕੇ ਪਿਆਰੇ ਸਿੱਖਾਂ ਨੇ ਗੁਰਤਾ ਗੱਦੀ ਜਿਹੜੀ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਗੁਰੂ ਕੀ ਸੰਗਤ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਬਖਸ਼ਿਸ਼ ਕੀਤੀ ਤੇ ਨਾਲ ਹੀ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੁਨੀਆ ਦੇ ਤਖਤ ਸਨ, ਦੁਨੀਆ ਦੇ ਰਾਜਿਆਂ ਦੇ ਬਾਦਸ਼ਾਹਾਂ ਦੇ ਤਖਤ ਸਨ, ਪਰ ਛੇਵੇਂ ਪਾਤਸ਼ਾਹ ਮਹਾਰਾਜ ਨੇ ਤਖਤ ਰਚਿਆ, ਉਹਦਾ ਨਾਂ ਰੱਖਿਆ ਅਕਾਲ ਤਖਤ ਸਾਹਿਬ, ਸਦੀਵ ਕਾਲ ਰਹਿਣ ਵਾਲਾ ਤਖਤ। ਉਸ ਤਖਤ ਤੇ ਬੈਠ ਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਕਿ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਣੀ ਏ, ਉਹ ਚੰਗੀ ਨਸਲ ਦੇ ਘੋੜੇ, ਚੰਗੀ ਜਵਾਨੀ, ਚੰਗੇ ਸ਼ਸਤਰ ਗੁਰੂ ਘਰ ਦੇ ਵਿੱਚ ਭੇਟਾ ਕਰਨ। ਸ਼ਸਤਰ ਧਾਰੀ ਤਿਆਰ ਬਰ ਤਿਆਰ ਫੌਜ ਤਿਆਰ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ। ਗੁਰੂ ਸਾਹਿਬ ਜੀ ਦਾ ਕਿਸੇ ਦੇ ਨਾਲ ਕੋਈ ਵੰਡ ਵਖਰੇਵਾ ਨਹੀਂ ਸੀ, ਕੋਈ ਝਗੜਾ ਨਹੀਂ ਸੀ ਸਾਡੇ ਵਾਂਗੂ। ਯਾਰ ਜੋਰੂ ਜ਼ਮੀਨ ਦੇ ਝਗੜੇ ਸਾਡੇ ਵਿੱਚ ਅਕਸਰ ਨੇ। ਗੁਰੂ ਕੀ ਸੰਗਤ ਸਮਾਂ ਸਮਾਪਤ ਆਗਿਆ ਨਹੀਂ ਦਿੰਦਾ, ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਥੇ ਗੁਰੂ ਕੀ ਸੰਗਤ ਤੋਂ ਮਹਾਨ ਤਖਤ ਰਚਿਆ, ਜਿੱਥੇ ਇਹ ਹੁਕਮਨਾਮੇ ਸੰਦੇਸ਼ ਜਾਰੀ ਕੀਤੇ, ਉੱਥੇ ਉਸ ਸਮੇਂ ਦੇ ਢਾਡੀ ਜਿਹੜੇ ਲੋਕਾਂ ਦੀਆਂ ਸਿਫਤਾਂ ਕਰਦੇ ਸਨ। ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਢਾਡੀਆਂ ਨੂੰ ਕੋਲ ਸੱਦ ਕੇ ਭਾਈ ਨੱਥਮਲ ਤੇ ਅਬਦੁਲ ਨੂੰ ਕਿਹਾ ਕਿ ਜੇ ਗੱਲ ਕਰਨੀ ਹੈ ਤੇ ਉਹਨਾਂ ਦੀ ਕਰੋ, ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਘਰ ਵਾਸਤੇ ਆਪਾਂ ਸਮਰਪਿਤ ਕਰ ਗਏ ਨੇ, ਜਿਹੜੇ ਕੌਮ ਵਾਸਤੇ ਕੁਝ ਕਰਦੇ ਨੇ। ਤੇ ਗੁਰੂ ਕੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਢਾਡੀਆਂ ਦਾ ਨਾਮ ਪਾਵਨ ਬਾਣੀ ਅੰਦਰ ਵੀ ਕਿ ਹੋਂ ਢਾਡੀ ਹਰ ਪ੍ਰਭ ਖਸਮ ਕਾ, ਨਿਤ ਗਾਵੇ ਹਰ ਗੁਣ ਸ਼ੰਤਾ, ਕਿ ਭਾਈ ਤੁਸੀਂ ਹਰੀ ਪਰਮਾਤਮਾ ਦੇ ਗੀਤ ਗਾਓ। ਸੋ ਗੁਰੂ ਕੀ ਸੰਗਤ ਉਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਢਾਡੀਆਂ ਨੇ ਮੁਰਦਾ ਹੋ ਚੁੱਕੀ ਉਸ ਸਮੇਂ ਦੀ ਮਰੀ ਜ਼ਮੀਰ ਦੇ ਲੋਕਾਂ ਅੰਦਰ ਇੱਕ ਐਸੀ ਰੂਹ ਫੂਕੀ ਕਿ ਉਹਨਾਂ ਦੇ ਅੰਦਰ ਲੜਨ ਮਰਨ ਵਾਸਤੇ ਤਿਆਰ ਬਰ ਤਿਆਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਫੌਜ ਵਿੱਚ ਸ਼ਾਮਲ ਹੋਣ ਵਾਸਤੇ ਜਿਹੜਾ ਸੀ ਉਹ ਤਿਆਰੀਆਂ ਕਰ ਲਈਆਂ। ਫੌਜ ਵਿੱਚ ਤਿਆਰ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੰਗਾਂ ਲੜੀਆਂ, ਜਿੱਤਾਂ ਪ੍ਰਾਪਤ ਕੀਤੀਆਂ। ਗੁਰੂ ਕੀ ਸੰਗਤ ਆਪਾਂ ਬਚਨ ਆਰੰਭ ਕੀਤਾ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਖੰਡੇ ਦੀ ਪੌਲ ਤੋਂ।
ਇਹ ਪੌਲ ਉਹ ਪ੍ਰਾਪਤ ਕਰ ਸਕਦਾ ਹੈ ਗੁਰੂ ਕੀ ਸੰਗਤ ਜਿਹਨੇ ਆਪਾ ਸਮਰਪਿਤ ਕਰਨਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਜਿਹਨੇ ਸਤਿਗੁਰ ਆਗੇ ਸੀਸ ਭੇਟ ਦਿਓ। ਜੇ ਸਤਿਗੁਰ ਸਾਚੈ ਭਾਵੈ, ਗੁਰੂ ਕੀ ਸੰਗਤ ਭਾਵੇਂ ਮਨੁੱਖ ਕਿੰਨਾ ਵੀ ਗਿਆ ਗੁਜਰਿਆ ਹੋਵੇ, ਜਦੋਂ ਗੁਰੂ ਕੋਲ ਆ ਜਾਵੇ ਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਆ ਕੇ ਸਿਰ ਰੱਖ ਕੇ ਬੇਨਤੀ ਕਰੇ ਕਿ ਮੇਲ ਲਹੋ ਦਇਆਲ ਢਹਿ ਪਏ ਦਵਾਰਿਆਂ, ਰੱਖ ਲੇਵੋ ਦੀਨ ਦਿਆਲ ਭਰਮਤ ਬਹੁ ਹਾਰਿਆਂ। ਤੇ ਗੁਰੂ ਕੋਲ ਸਮਰੱਥਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ। ਗੁਰੂ ਕੀ ਸੰਗਤ ਸਤਿਗੁਰ ਖੋਟਿਓ ਖਰੇ ਕਰੇ, ਸ਼ਬਦ ਸਵਾਰਨਹਾਰ। ਆਓ ਆਪਾਂ ਵੀ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਵੀ ਰਹਿਮਤ ਕਰੋ। ਜਿੱਥੇ ਮਹਾਂਪੁਰਸ਼ਾਂ ਨੇ ਏਡਾ ਵੱਡਾ ਇਹ ਉਦਮ ਕੀਤਾ, ਉਪਰਾਲਾ ਕੀਤਾ, ਸਾਨੂੰ ਸਾਰਿਆਂ ਨੂੰ ਆਵਾਜ਼ ਮਾਰ ਕੇ ਗੁਰੂ ਗੋਦ ਅੰਦਰ ਬੈਠ ਕੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਤੇ ਗੁਰੂ ਕੀ ਸੰਗਤ ਆਪਣੀ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਮਹਾਂਪੁਰਖ ਸੰਤ ਬਾਬਾ ਸੇਵਾ ਸਿੰਘ ਜੀ, ਬਾਬਾ ਗੁਰਪ੍ਰੀਤ ਸਿੰਘ ਜੀ, ਬਾਬਾ ਨਿਰਮਲ ਸਿੰਘ ਜੀ, ਅੰਸਪੰਸ ਬਾਬਾ ਬੁੱਢਾ ਸਾਹਿਬ ਜੀ, ਗੁਰੂ ਘਰ ਦੇ ਕੀਰਤਨੀਏ ਅਤੇ ਬੜੇ ਪਿਆਰੇ ਗੁਰੂ ਕੇ ਢਾਡੀ ਗਿਆਨੀ ਮਿਲਖਾ ਸਿੰਘ ਜੀ ਮੌਜੀ, ਜਿਨ੍ਹਾਂ ਨੇ ਗੁਰੂ ਕੀ ਸੰਗਤ ਕਦੇ ਢਾਡੀ ਨਹੀਂ ਸੁਣੇ। ਮੈਂ ਬੇਨਤੀ ਕਰਦਾ ਕਿ ਬਾਹਰੋਂ ਆ ਕੇ ਪੰਡਾਲ ਵਿੱਚ ਸੱਜ ਜਾਵੋ ਤੇ ਵੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਕੀ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਮੇਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।